ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਉਸ ਸੰਘਰਸ਼ ਦੇ ਵੱਲ ਕਰਾਂਗੇ ਜੋ ਸੰਘਰਸ਼ ਪਿਛਲੇ 65 ਦਿਨਾਂ ਤੋਂ ਲਗਾਤਾਰ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਹੈ। ਸੰਘਰਸ਼ ਦੇ ਦੌਰਾਨ ਬਹੁਤ ਸਾਰੇ ਉਤਰਾਵ ਚੜਾਵ ਵੇਖਣ ਨੂੰ ਮਿਲੇ ਤੇ ਸੰਘਰਸ਼ ਹਜੇ ਵੀ ਬਾਦਸਤੂਰ ਜਾਰੀ ਚੱਲ ਰਿਹਾ ਹੈ। ਸੰਘਰਸ਼ ਦੇ ਵਿੱਚੋਂ ਕਈ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਸਿੰਘੂ ਬਾਰਡਰ ਦੇ ਉੱਤੋਂ ਇੱਕ ਘਟਨਾ ਦੇ ਵਾਪਰਨ ਦੀ ਖਬਰ ਵੀ ਸਾਹਮਣੇ ਆਈ, ਜਿਸ ਤੋਂ ਬਾਅਦ ਮਾਹੌਲ ਸ਼ਾਂਤਮਈ ਹੈ ਤੇ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਅਤੇ ਕਿਸਾਨਾਂ ਦੇ ਵੱਲੋਂ ਮਾਹੌਲ ਨੂੰ ਸ਼ਾਂਤ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਜਿਹੀ ਤਸਵੀਰ ਨਾ ਪੇਸ਼ ਕੀਤੀ ਜਾਵੇ ਜਿਸ ਦੇ ਨਾਲ ਕਿਸੇ ਨੂੰ ਵੀ ਹਿੰਸਾ ਦੀ ਤਸਵੀਰ ਤੁਹਾਡੇ ਤੋਂ ਮਿਲ ਜਾਵੇ। ਇਸ ਕਰਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅਪੀਲ ਕੀਤੀ ਹੈ ਕਿ ਤੁਸੀਂ ਉੱਥੇ ਬੈਠ ਕੇ ਹੀ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰੋ। ਕਿਸੇ ਕਿਸਮ ਦਾ ਵੀ ਕਿਸੇ ਨੂੰ ਜਵਾਬੀ ਰੂਪ ਦੇ ਵਿੱਚ ਆਪਣੇ ਵੱਲੋਂ ਕੋਈ ਅਜਿਹੀ ਤਸਵੀਰ ਪੇਸ਼ ਨਾ ਕੀਤੀ ਜਾਵੇ। ਉਧਰ ਸਿੰਘੂ ਸਰਹੱਦ ਦੇ ਵੱਲ ਲਗਾਤਾਰ ਟਰੈਕਟਰਾਂ ਅਤੇ ਟਰਾਲੀਆਂ ਦੀਆਂ ਲੰਬੀਆਂ ਲਾਈਨਾਂ ਵਧਦੀਆਂ ਜਾ ਰਹੀਆਂ ਨੇ। ਜਦੋਂ ਤੋਂ ਰਾਕੇਸ਼ ਟਿਕੈਤ ਦੇ ਵੱਲੋਂ ਇੱਕ ਅਪੀਲ ਕੀਤੀ ਗਈ ਸੀ, ਭਾਵੁਕ ਹੋ ਕੇ ਉਸ ਅਪੀਲ ਦਾ ਇੰਨਾ ਵੱਡਾ ਅਸਰ ਵੇਖਣ ਨੂੰ ਮਿਲਿਆ ਕਿ ਹਰ ਪਾਸੇ ਫਿਰ ਇੱਕ ਵੱਡੇ ਕਾਫਲੇ ਦਿੱਲੀ ਵੱਲ ਕੂਚ ਕਰਦੇ ਨਜ਼ਰ ਆ ਰਹੇ ਨੇ। ਗਾਜ਼ੀਪੁਰ ਬਾਰਡਰ ਵੱਲ ਨਿਗਾਹ ਮਾਰੀਏ ਤਾਂ ਉਧਰ ਵੀ ਲਗਾਤਾਰ ਟਰੈਕਟਰਾਂ ਦੇ ਵੱਡੇ ਕਾਫਲੇ ਗਾਜ਼ੀਪੁਰ ਬਾਰਡਰ ਦੇ ਵੱਲ ਕੂਚ ਕਰ ਰਹੇ ਨੇ। ਪੰਜਾਬ ਦੇ ਵਿੱਚੋਂ ਵੀ ਵੱਡੇ ਪੱਧਰ ਦੇ ਉੱਤੇ ਗੱਡੀਆਂ ਅਤੇ ਟਰੈਕਟਰ ਦਿੱਲੀ ਦੇ ਵੱਲ ਦੁਬਾਰਾ ਕੂਚ ਕਰ ਰਹੇ ਨੇ, ਜਿਸ ਤੋਂ ਬਾਅਦ ਇੱਕ ਵਾਰ ਫਿਰ ਕਿਸਾਨੀ ਸੰਘਰਸ਼ ਦੇ ਵਿੱਚ ਜਾਨ ਭਰੇ ਜਾਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਤੇ ਹੁਣ ਕਿਸਾਨਾਂ ਦੀਆਂ ਖਾਸ ਗੱਲਾਂ ਸੁਣਾਂਗੇ ਕਿ ਆਖਿਰਕਾਰ ਕਿਸਾਨ ਕੀ ਕਹਿ ਰਹੇ ਨੇ। ਕਿਸਾਨਾਂ ਦੇ ਵੱਖੋ ਵੱਖਰੇ ਬਿਆਨ ਨੇ, ਖਾ ਪੰਚਾਇਤਾਂ ਨੇ ਜਾਂ ਫਿਰ ਜਿਹੜੇ ਕਿਸਾਨ ਲਗਾਤਾਰ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ। ਖਾਸ ਕਰਕੇ ਗਾਜ਼ੀਪੁਰ ਬਾਰਡਰ ਦੇ ਹਾਲਾਤ ਕਿਹੋ ਜਿਹੇ ਨੇ, ਕਿਸਾਨਾਂ ਦੀ ਜ਼ੁਬਾਨੀ ਸੁਣਦੇ ਆ ਤੇ ਕਿਸ ਤਰ੍ਹਾਂ ਉੱਥੇ ਹੁਣ ਕਿਸਾਨਾਂ ਦੇ ਵੱਡੇ ਕਾਫਲੇ ਪਹੁੰਚ ਰਹੇ ਨੇ, ਉਹ ਵੀ ਵਿਖਾਉਂਦੇ ਆ। गाजीपुर बॉर्डर जाने के लिए राज्य और प्रशासन ने वहाँ पर राकेश टिकैत जी के धरने को परेशान करने का प्रयास किया। जो राकेश टिकैत जी ने परेशान होकर उनकी आंखों में पानी आया। आज वो जन सैलाब बन कर सड़कों पर दौड़ेगा और जाकर गाजीपुर रुकेगा। क्या रणनीति तैयार की है? हर गांव से ज़्यादा संख्या में ट्रैक्टर, ट्रोली, कार, गाड़ी जो भी जिसके पास साधन से हर आदमी निकलेगा। एक बात और भी कहना चाहता हूँ प्रेस वार्ता के माध्यम से, ये चौधरी ब्रजपाल सिंह हैं, हमारे खंबे के चौधरी हैं। ये हमारे मान है, हमारा सम्मान है। इसमें राकेश टिकैत जी के ऊपर जो उन्होंने दिक्कत बना दी, परेशान कर दिया बहुत ज़्यादा, उसमें जन सैलाब पूरे सरब खाप से हज़ारों संख्या में, ज़्यादा से ज़्यादा संख्या में किसान वहाँ पहुँच रहा है और जाने की तैयारी भी है और कुछ लोग कूच कर भी चुके हैं। हमारी तरफ से यही रणनीति है, ज़्यादा से ज़्यादा किसान वहाँ पहुँचेगा और किसान इस अत्याचार को बर्दाश्त नहीं करेगा। वो दबाव में आके तो जोड़ी ना, वो सोच रहे थे ये अकेला है, काट दो, पानी भी काट दो, वो भी काट दो। वो राकेश टिकैत अकेला नहीं है, सब पूरे पश्चिमी उत्तर प्रदेश का किसान सब उनके साथ है और साथ पहले भी था, आज भी है, आगे भी साथ रहेगा। ਉਧਰ ਅੱਜ ਦੇਸ਼ ਦੀ ਪਾਰਲੀਮੈਂਟ ਦਾ ਬਜਟ ਸੈਸ਼ਨ ਆਰੰਭ ਹੋਇਆ, ਜਿਸ ਬਜਟ ਸੈਸ਼ਨ ਦੇ ਆਰੰਭ ਹੁੰਦਿਆਂ ਹੀ ਦੇਸ਼ ਦੇ ਰਾਸ਼ਟਰਪਤੀ ਦੇ ਵੱਲੋਂ ਸੰਬੋਧਨ ਕੀਤਾ ਗਿਆ ਸਾਰੇ ਦੇਸ਼ ਵਾਸੀਆਂ ਨੂੰ, ਜਿਸ ਦੇ ਵਿੱਚ ਸੰਬੋਧਨ ਦੇ ਦੌਰਾਨ ਹੀ ਵਿਰੋਧੀ ਧਿਰਾਂ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ, ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਵਿਰੋਧ ਕੀਤਾ ਗਿਆ ਹੈ। ਇਸ ਮੌਕੇ ਦੇ ਉੱਤੇ ਗੁਰਜੀਤ ਸਿੰਘ ਔਜਲਾ, ਰਵਨੀਤ ਬਿੱਟੂ ਦੇ ਸਮੇਤ ਸਾਰੇ ਕਾਂਗਰਸੀ ਸੰਸਦ ਅਤੇ ਰਾਜ ਸਭਾ ਮੈਂਬਰ ਨਜ਼ਰ ਆਏ। ਅੱਜ ਉੱਥੇ ਰਾਸ਼ਟਰਪਤੀ ਦੇ ਭਾਸ਼ਣ ਦੇ ਵੇਲੇ ਲੋਕ ਸਭਾ ਤੇ ਰਾਜ ਸਭਾ ਸਾਰੀਆਂ ਇਕੱਠੀਆਂ ਹੁੰਦੀਆਂ, ਸਾਰੇ ਦੁਨੀਆ ਦੇ ਐਂਬੈਸਡਰਸ ਉੱਥੇ ਅੱਜ ਭਾਸ਼ਣ ਸੁਣਨ ਆਉਂਦੇ ਆ ਰਾਸ਼ਟਰਪਤੀ ਦਾ, ਤੇ ਉੱਥੇ ਰਾਸ਼ਟਰਪਤੀ ਦਾ ਭਾਸ਼ਣ ਤਾਂ ਅੱਜ ਬੰਦ ਹੋ ਜਾਏਗਾ ਤੇ ਜਿਹੜੇ ਇਹਨਾਂ ਦੀਆਂ ਕੁੰਭਕਰਨੀਆਂ ਨੀਂਦ ਸੁੱਤੇ ਪਏ ਆ, ਇਹ ਜਗਾਵਾਂਗੇ ਅੱਜ ਕਿਸਾਨਾਂ ਦੇ ਨਾਰੇ ਮਾਰ ਕੇ। ਤੇ ਜਿੰਨਾ ਚਿਰ ਬਿੱਲ ਵਾਪਸ ਨਹੀਂ ਹੁੰਦੇ, ਮੰਡੇ ਤੋਂ ਜਦੋਂ ਸੈਸ਼ਨ ਸ਼ੁਰੂ ਹੋ ਜਾਏਗਾ ਉਹਨਾਂ ਚਿਰ ਸੈਸ਼ਨ ਨਹੀਂ ਚੱਲਣ ਦੇਵਾਂਗੇ, ਜਿੰਨਾ ਚਿਰ ਸਾਡੇ ਇਹ ਬਿੱਲ ਵਾਪਸ ਨਹੀਂ ਹੁੰਦੇ, MSP ਲੀਗਲ ਨਹੀਂ ਕਰਦੇ। ਪਰ ਮੇਰੇ ਭਰਾਵੋ, ਬਾਰਡਰਾਂ ਤੇ ਬੈਠੇ ਰਹੋ, ਆਪਾਂ ਦਿੱਲੀ ਨੂੰ ਨਹੀਂ ਜਿੱਤਣਾ। ਦਿੱਲੀ ਤਾਂ ਆਪਣੀ ਆ, ਜੇ ਦਿੱਲੀ ਹਾਰ ਗਈ ਤਾਂ ਆਪਾਂ ਹਾਰ ਗਿਆ, ਦੇਸ਼ ਹਾਰ ਗਿਆ, ਕਿਸਾਨ ਹਾਰ ਗਿਆ। ਆਪਾਂ ਇਸ ਕਰਕੇ ਬਿਲਕੁਲ ਪਿੱਛੇ ਨਹੀਂ ਹਟਣਾ, ਲੱਗੇ ਰਹਿਣਾ, ਪਰ ਦਿੱਲੀ ਨਾਲ ਲੜਾਈ ਲੜਨੀ ਤੇ ਆਪਣੇ ਦੇਸ਼ ਨਾਲ ਲੜਾਈ ਲੜਨੀ ਆ। ਬਾਰਡਰਾਂ ਤੇ ਬੈਠੇ ਰਹੋ, 100% ਤੁਹਾਨੂੰ ਮੈਂ ਭਰੋਸਾ ਦਿਵਾਉਣਾ, ਜਿੱਤ ਕੇ ਨਿਕਲਾਂਗੇ ਤੇ ਪਾਰਲੀਮੈਂਟ ਜਿੱਥੋਂ ਇਹਨਾਂ ਨੇ ਸਤੰਬਰ 'ਚ ਬਿੱਲ ਬਣਾਏ ਸੀ ਉਸੇ ਤਰੀਕੇ ਨਾਲ ਬਿੱਲ ਵਾਪਸ ਕਰਾਵਾਂਗੇ। ਅੱਜ ਅਸੀਂ ਰਾਸ਼ਟਰਪਤੀ ਜੀ ਦਾ ਜਿਹੜਾ ਭਾਸ਼ਣ ਸੀ ਹੁੰਦਾ, ਜਿਹੜਾ ਪਾਰਲੀਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਉਹ ਸੀ, ਔਰ ਸੈਂਟਰ ਹਾਲ ਦੇ ਵਿੱਚ ਜੁਆਇੰਟ ਸੈਸ਼ਨ ਸੀ ਰਾਜ ਸਭਾ ਤੇ ਲੋਕ ਸਭਾ ਦਾ, ਉਹਦੇ ਵਿੱਚ ਅਸੀਂ ਜਾਣ ਦੀ ਕੋਸ਼ਿਸ਼ ਕੀਤੀ ਔਰ ਸਾਨੂੰ ਉੱਥੇ ਪਹੁੰਚਣ ਨਹੀਂ ਦਿੱਤਾ ਗਿਆ ਔਰ ਬਹਾਨਾ ਬਣਾਇਆ ਗਿਆ ਕਿ ਕਰੋਨਾ ਕਰਕੇ ਸੋਸ਼ਲ ਡਿਸਟੈਂਸਿੰਗ ਦੀ ਲੋੜ ਹੈ। ਜਦ ਕਿ ਜਿਹੜੀਆਂ ਸਾਡੀ ਪਾਰਟੀ ਨੂੰ ਸੀਟਾਂ ਅਲਾਟ ਹੋਈਆਂ, ਸਾਡੀ ਪਾਰਟੀ ਨੇ ਬਾਈਕਾਟ ਕੀਤਾ, ਸਾਰੀਆਂ ਸੀਟਾਂ ਕਰ ਲਈ ਸੀ, ਪਰ ਉੱਥੇ ਨਹੀਂ ਪਹੁੰਚਣ ਦਿੱਤਾ ਔਰ ਅਸੀਂ ਵਿਰੋਧ ਜ਼ਾਹਰ ਕੀਤਾ। ਮੈਂ ਬਾਹਰ ਬੈਠ ਗਿਆ, ਪਰ ਨਵਨੀਤ ਬਿੱਟੂ ਕਿਉਂਕਿ ਉਹ ਚੇਅਰਮੈਨ ਨੇ ਕਮੇਟੀ ਦੇ, ਉਹਨਾਂ ਨੂੰ ਸੀਟ ਅਲਾਟਮੈਂਟ ਸੀ, ਪਰ ਮੇਰਾ ਧੱਕਾ ਮੁੱਕੀ ਹੋਈ ਉਹਨਾਂ ਦੇ ਨਾਲ, ਮਾਰਸ਼ਲ ਦੇ ਨਾਲ, ਔਰ ਉਹਨਾਂ ਨੇ ਮੈਨੂੰ ਬਿਲਕੁਲ ਨਹੀਂ ਅੰਦਰ ਜਾਣ ਦਿੱਤਾ। ਫਿਰ ਬਾਹਰ ਬਹਿ ਕੇ ਮੈਂ ਉੱਥੇ ਵਿਰੋਧ ਦਰਜ ਕਰਾਇਆ। ਸਾਡਾ ਜਾਣ ਦਾ ਕਾਰਨ ਮਕਸਦ ਇਹ ਸੀ, 120 ਦੇ ਕਰੀਬ ਮੌਤਾਂ ਹੋ ਚੁੱਕੀਆਂ,
ਵਿਧਾਨਪਾਲਿਕਾ ਨੂੰ ਇੱਥੇ ਨਹੀਂ ਮੰਨਿਆ ਜਾ ਰਿਹਾ, ਕਾਰਜਪਾਲਿਕਾ ਇੱਥੇ ਚੰਗਾ ਕੰਮ ਨਹੀਂ ਕਰ ਰਹੀ, ਕੋਈ ਬੰਦਾ ਸੁਣਵਾਈ ਨਹੀਂ ਕਰ ਰਿਹਾ। ਜਿਹੜੀ ਨਿਆਂਪਾਲਿਕਾ ਉਹਦੇ ਤੇ ਦਬਾਅ ਪਾਇਆ ਜਾ ਰਿਹਾ, ਜਿਹੀ ਜੀ ਕਮੇਟੀਆਂ ਉਹਨੇ ਬਣਾਈਆਂ। ਤੇ ਰਾਸ਼ਟਰਪਤੀ ਜੀ ਤੁਸੀਂ ਕਿਉਂ ਚੁੱਪ ਕੀਤੇ ਜੇ? ਤੁਸੀਂ ਜਿਹੜੇ ਘੱਟੋ ਘੱਟ ਜਿਹੜੇ ਸਟੇਟਾਂ ਦੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਨੂੰ ਵੀ ਪਾਸ ਕਰ ਦਿਓ ਤਾਂ ਕਿ ਇਹ ਕਾਨੂੰਨ ਲਾਗੂ ਹੋ ਸਕਣ ਔਰ ਸਾਡੀ ਗੱਲ ਮੁੱਕ ਜੇ। ਉਹ ਵੀ ਤੁਸੀਂ ਨਹੀਂ ਕਰ ਪਾ ਰਹੇ। ਤੁਸੀਂ ਇੱਕ ਗੁਲਾਮ ਹੋਣ ਦਾ ਅਹਿਸਾਸ ਕਿਉਂ ਸਾਨੂੰ ਕਰਾ ਰਹੇ ਜੇ? ਉਧਰ ਸਿੰਘੂ ਬਾਰਡਰ ਦੇ ਉੱਤੇ ਵਾਪਰੀ ਘਟਨਾ ਤੋਂ ਬਾਅਦ ਹੁਣ ਭਾਜਪਾ ਸਿਆਸੀ ਨਿਸ਼ਾਨਿਆਂ ਦੇ ਉੱਤੇ ਹੈ। ਭਾਜਪਾ ਨੂੰ ਹਰ ਪਾਸਿਓਂ ਕਸੂਤਾ ਘੇਰਿਆ ਜਾ ਰਿਹਾ ਵਿਰੋਧੀ ਧਿਰਾਂ ਦੇ ਵੱਲੋਂ, ਜਿਸ ਦੇ ਵਿੱਚ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਹਰ ਕਿਸੇ ਦੇ ਵੱਲੋਂ ਨਖੇਦੀ ਕੀਤੀ ਜਾ ਰਹੀ ਹੈ ਤੇ ਵੱਖੋ ਵੱਖਰੀਆਂ ਪਾਰਟੀਆਂ ਨੇ ਐਲਾਨ ਕਰ ਦਿੱਤੇ ਗਏ ਨੇ ਕਿ ਉਹਨਾਂ ਦੇ ਸਾਰੇ ਕਾਰਕੁਨ ਹੁਣ ਕਿਸਾਨਾਂ ਦੇ ਸਾਥ ਦੇ ਲਈ ਦਿੱਲੀ ਵਿਖੇ ਪਹੁੰਚਣ, ਜਿਸ ਨੂੰ ਲੈ ਕੇ ਵੱਖ-ਵੱਖ ਸਿਆਸੀ ਬਿਆਨ ਸਾਹਮਣੇ ਆਏ ਨੇ। ਇਸ ਦੇ ਉੱਤੇ ਰਾਜਕੁਮਾਰ ਵੇਰਕਾ ਦਾ ਕੀ ਬਿਆਨ ਆ, ਉਹ ਸੁਣਦੇ ਹਾਂ। ਦੇਖਣ ਚ ਆਇਆ ਹੈ ਕਿ ਜਿੱਥੇ ਕੋਈ ਆਦਮੀ ਜਾ ਨਹੀਂ ਸਕਦਾ, ਇੰਨੀ ਫੋਰਸਸ ਲੱਗੀ ਹੋਵੇ, ਇੰਨੀ ਕੇਂਦਰੀय ਫੋਰਸ ਲੱਗੀ ਹੋਵੇ, ਇੰਨੀ ਪੁਲਿਸ ਲੱਗੀ ਹੋਵੇ ਤੇ ਉਸ ਕੈਂਪ ਦੇ ਵਿੱਚ ਗੁੰਡਿਆਂ ਨੂੰ ਡਾਂਗਾ ਲੈ ਕੇ ਇਹ ਜਾਣ ਦੀ ਇਜਾਜ਼ਤ ਕਿਹਨੇ ਦਿੱਤੀ? ਇਹ ਕਿਸਾਨਾਂ ਦੇ ਉੱਪਰ ਹਮਲਾ ਕਿਹਨੇ ਕਰਵਾਇਆ? ਇਹ ਜਾਣਬੁੱਝ ਕੇ ਇਹ ਬੀਜੇਪੀ ਦੀ ਸਰਕਾਰ ਹਾਲਾਤ ਖਰਾਬ ਕਰਨਾ ਚਾਹੁੰਦੀ ਹੈ ਔਰ ਬੀਜੇਪੀ ਦੀ ਸਰਕਾਰ ਬਾਜ ਆਏ ਔਰ ਬੀਜੇਪੀ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਦੇ ਲੋਕਾਂ ਕੋਲੋਂ ਮਾਫੀ ਮੰਗੇ। ਇਹ ਦੇਸ਼ ਦੇ ਜੇ ਹਾਲਾਤ ਖਰਾਬ ਹੋ ਰਹੇ ਹੈ, ਅਗਰ ਕੋਈ ਦੋਸ਼ੀ ਹੈ ਤੇ ਬੀਜੇਪੀ ਦੀ ਸਰਕਾਰ ਹੈ। ਉਧਰ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਕਿਸਾਨਾਂ ਦਾ ਸਮਰਥਨ ਸਿਆਸੀ ਤੌਰ ਤੇ ਉੱਥੇ ਕੀਤਾ ਜਾ ਰਿਹਾ ਸੀ, ਹੁਣ ਆਮ ਆਦਮੀ ਪਾਰਟੀ ਰਕੇਸ਼ ਟਕੈਤ ਦੀ ਵੀਡੀਓ ਤੋਂ ਬਾਅਦ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਨੇ ਪਾਣੀ ਦੀ ਸੇਵਾ ਹਰ ਤਰੀਕੇ ਦੇ ਨਾਲ ਕਰਨ ਦੀ ਗੱਲ ਕੀਤੀ। ਆਮ ਆਦਮੀ ਪਾਰਟੀ ਦੇ ਆਗੂ ਖੁਦ ਪਾਣੀ ਦੇ ਕੰਟੇਨਰ ਰਹਿ ਕੇ ਵੱਖ-ਵੱਖ ਬਾਰਡਰਾਂ ਦੇ ਉੱਤੇ ਪਹੁੰਚੇ ਨੇ ਅਤੇ ਪੁਲਿਸ ਨੇ ਉਹਨਾਂ ਦੇ ਟੈਂਕਰਾਂ ਨੂੰ ਜਾਣ ਤੋਂ ਵੀ ਰੋਕਿਆ। ਜਿਸ ਮੌਕੇ ਦੇ ਉੱਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਕਿਸਮ ਦੀ ਅਜਿਹੇ ਧੱਕੇਸ਼ਾਹੀ ਨਹੀਂ ਚੱਲਣ ਦੇਵਾਂਗੇ ਤੇ ਨਾਲ ਹੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹੀ ਕਿਸਾਨ ਨੇ ਜਿਹੜੇ ਸਾਨੂੰ ਅੰਨ ਦਿੰਦੇ ਨੇ ਤੇ ਇਹਨਾਂ ਨੂੰ ਪਾਣੀ ਦੇਣਾ ਸਾਡਾ ਵੱਡਾ ਫਰਜ਼ ਬਣਦਾ ਹੈ। आना यहाँ इसलिए हुआ क्योंकि ये देखना था कि जो व्यवस्था दिल्ली सरकार की ओर से किसानों की मदद के लिए की गई है, यहाँ पानी की व्यवस्था, टॉयलेट्स वगैरह की व्यवस्था, उसका मैं व्यवस्था देखने आया था, इंतजाम देखने आया था। मुख्यमंत्री जी ने कहा था कि एक बार देख लो, कोई दिक्कत ना हो यहाँ किसानों को, पानी की व्यवस्था पूरी। हाँ, मुख्यमंत्री जी की राकेश टिकैत जी से बात हुई थी और उसके बाद मुख्यमंत्री जी के आदेश पर यहाँ पर व्यवस्था की गई है और मैं उम्मीद करता हूँ कि दिल्ली सरकार की ओर से जो भी सहयोग की ज़रूरत पड़ेगी दिल्ली सरकार सहयोग देगी। ये किसान हमारे अपने लोग हैं, देश के लोग हैं, ये गद्दार नहीं है। भारतीय जनता पार्टी पता नहीं किस मजबूरी में किसानों को गद्दार कह रही है। सरकारों को जो सबसे बहादुर कौम रही है, देश पे जान देने वाली कौम रही है, उसको भारतीय जनता पार्टी अब गद्दार कह रही है। तो ये भारतीय जनता पार्टी की कुछ मजबूरी होगी, हमारी मजबूरी नहीं है। हमारे लिए ये सरदार हमारे लोग हैं, किसान हमारे लोग हैं, हमारे देश के लोग हैं। इनको गद्दार कहने वाले लोग एक्चुअली गद्दार हैं। ਉਧਰ ਰਾਘਵ ਚੱਡਾ ਵੀ ਮਨੀਸ਼ ਸਿਸੋਦੀਆ ਦੇ ਰਾਹ ਦੇ ਉੱਤੇ ਚੱਲਦੇ ਹੋਏ ਨਜ਼ਰ ਆਏ ਨੇ। ਰਾਘਵ ਚੱਡਾ ਵੀ ਪਾਣੀ ਦੇ ਟੈਂਕਰ ਲੈ ਕੇ ਪਹੁੰਚੇ ਨੇ ਕਿਸਾਨਾਂ ਦੇ ਲਈ। देश का किसान आतंकवादी नहीं है, देश का किसान हमारा अन्नदाता है। देश का किसान जो अन्न उगाता है वही हम लोग खाते हैं, प्रधानमंत्री भी वही खाते हैं, संतरी भी वही खाता है, सड़क पे सो रहा गरीब आदमी भी वही खाता है। और आज उस अन्नदाता तक बुनियादी सुविधाएं, पानी की, लंगर की, शौचालय की बुनियादी सुविधाएं भाजपा की सरकार नहीं पहुंचाने दे रही है। आज माननीय मुख्यमंत्री अरविंद केजरीवाल जी के आदेश पर हमारी सरकार के मंत्री संजय जैन जी, मैं खुद, हमारे सभी विधायक साथी यहाँ पहुँचे हैं यहाँ पर पानी मुहैया कराने के लिए। और हम दिल्ली पुलिस को ये कहते हैं कि अगर भाजपा की सरकार ने आपको आदेश दिया है कि किसान को पानी नहीं मिलना चाहिए तो लिखित में दिखाओ कहाँ आदेश दिया है। आप ऐसे रोक नहीं सकते। आज देश के किसान तक हम लोग पानी पहुंचाएंगे, शौचालय की सुविधा उसे देंगे और देश के किसान को गद्दार की तरह, देश के किसान को आतंकवादी की तरह ट्रीट करना भाजपा की सरकार बंद करे। ਉਧਰ ਇੱਕ ਪਾਸੇ ਜਿੱਥੇ ਜ਼ਮੀਨੀ ਪੱਧਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ, ਉਧਰ ਪਾਰਲੀਮੈਂਟ ਦੇ ਸੈਸ਼ਨ ਦੇ ਸ਼ੁਰੂ ਹੁੰਦਿਆਂ ਹੀ ਵੱਖ-ਵੱਖ ਸਿਆਸੀ ਧਿਰਾਂ ਦੇ ਸਮੇਤ ਆਮ ਆਦਮੀ ਪਾਰਟੀ ਨੇ ਵੀ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਘੇਰਨ ਦੀ ਕੋਸ਼ਿਸ਼ ਕੀਤੀ ਹੈ ਭਾਜਪਾ ਨੂੰ। ਇਸ ਦਰਮਿਆਨ ਹਾਲਾਂਕਿ ਭਗਵੰਤ ਮਾਨ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਜਦੋਂ ਦੇਸ਼ ਦੇ ਰਾਸ਼ਟਰਪਤੀ ਸੰਬੋਧਨ ਕਰ ਰਹੇ ਸੀ, ਇੱਕ ਸੰਦੇਸ਼ ਦਿੱਤਾ ਜਾ ਰਿਹਾ ਸੀ ਉਹਨਾਂ ਦੇ ਵੱਲੋਂ, ਉਸ ਮੌਕੇ ਦੇ ਉੱਤੇ ਇਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ, ਪਰ ਬਾਹਰ ਹੀ ਸੈਂਟਰਲ ਹਾਲ ਦੇ ਵਿੱਚ ਬੈਠ ਕੇ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ ਹੈ। ਦੇਖੋ, ਅੱਜ ਸੈਂਟਰਲ ਹਾਲ 'ਚ ਰਾਸ਼ਟਰਪਤੀ ਜੀ ਨੇ ਸਰਕਾਰ ਦੁਆਰਾ ਲਿਖਿਆ ਹੋਇਆ ਭਾਸ਼ਣ ਪੜ੍ਹਨਾ ਸੀ, ਤਾਰੀਫਾਂ ਕਰਨੀਆਂ ਸੀ ਕਿ ਮੇਰੀ ਸਰਕਾਰ ਨੇ ਆਹ ਕਰਤਾ ਉਹ ਕਰਤਾ। ਬਾਕੀ ਸਾਰੀਆਂ ਪਾਰਟੀਆਂ ਨੇ ਬਾਈਕਾਟ ਕਰਨ ਦਾ ਫੈਸਲਾ ਕੀਤਾ, ਪਰ ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ ਕਿ ਅਸੀਂ ਬਾਈਕਾਟ ਨਹੀਂ ਕਰਦੇ, ਅਸੀਂ ਅੰਦਰ ਜਾ ਕੇ ਵਿਰੋਧ ਕਰਾਂਗੇ। ਉਹਨਾਂ ਦੀਆਂ ਅੱਖਾਂ ਸਾਹਮਣੇ, ਉਹਨਾਂ ਦੇ ਕੰਨਾਂ ਦੇ ਨੇੜੇ ਸਰਕਾਰ ਦੇ ਕੰਨ ਖੋਲਾਂਗੇ, ਸਰਕਾਰ ਦੀਆਂ ਅੱਖਾਂ ਸਾਹਮਣੇ
ਜਿਹੜਾ ਹੈ ਵਿਰੋਧ ਕਰਾਂਗੇ। ਬਾਈਕਾਟ ਦਾ ਤਾਂ ਸਰਕਾਰ ਨੂੰ ਫਾਇਦਾ ਹੋ ਜਾਂਦਾ ਕਿ ਹਾਂ ਜੀ ਬਾਹਰ ਬੈਠੇ ਨੇ ਆਪਦਾ ਮਨਮਰਜ਼ੀ ਦੇ ਅੰਦਰ ਕੰਮ ਕਰਦੇ ਨੇ। ਸੋ ਅਸੀਂ ਚੁਣੇ ਹੋਏ ਹਾਂ ਲੋਕਾਂ ਨੇ ਸਾਨੂੰ ਬਾਈਕਾਟ ਕਰਨ ਵਾਸਤੇ ਨਹੀਂ ਚੁਣਿਆ, ਸਾਨੂੰ ਉੱਥੇ ਅੰਦਰ ਜਾ ਕੇ ਆਵਾਜ਼ ਚੁੱਕਣ ਵਾਸਤੇ ਚੁਣਿਆ। ਅਸੀਂ ਅੰਦਰ ਜਦੋਂ ਗਏ ਤਾਂ ਸੈਂਟਰਲ ਹਾਲ 'ਤੇ ਸਾਨੂੰ ਰੋਕ ਲਿਆ ਕਿ ਤੁਹਾਡਾ ਨਾਮ ਨਹੀਂ ਹੈਗਾ, ਜਿਹੜੇ ਐਮਪੀ ਨੇ ਸੈਂਟਰਲ ਹਾਲ 'ਚ ਬਹਿਣਾ ਉਹ 'ਚ ਤੁਹਾਡਾ ਨਾਮ ਨਹੀਂ ਹੈਗਾ। ਅਸੀਂ ਕਿਹਾ ਜੀ ਮੈਂ ਲੋਕ ਸਭਾ ਦੇ ਵਿੱਚ ਇੱਕੋ ਹੀ ਐਮਪੀ ਹਾਂ, ਮੈਂ ਆਪਣੀ ਪਾਰਟੀ ਦਾ ਲੀਡਰ ਹਾਂ, ਅਤੇ ਇਹਦਾ ਮਤਲਬ ਮੇਰੀ ਪਾਰਟੀ ਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ। ਤਿੰਨੇ ਸਾਡੇ ਰਾਜ ਸਭਾ ਸੰਸਦ ਸੀ, ਇਹਦਾ ਮਤਲਬ ਉਹਨਾਂ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਇਹਦਾ ਮਤਲਬ ਰਾਸ਼ਟਰਪਤੀ ਸਾਹਮਣੇ ਜਿਹੜੇ ਐਮਪੀ ਬੈਠੇ ਨੇ ਉਹ 'ਚ ਵਿਰੋਧੀ ਪਾਰਟੀ ਤਾਂ ਹੈ ਹੀ ਨਹੀਂ, ਬਾਕੀ ਵਿਰੋਧੀ ਪਾਰਟੀ ਨੇ ਬਾਈਕਾਟ ਕਰ ਰੱਖਿਆ। ਜੇ ਇੱਕ ਜਾਂਦੀ ਹੈ ਤਾਂ ਉਹਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਇਹਦਾ ਮਤਲਬ ਤਾਂ ਆਪਣੀ ਮਨਮਰਜ਼ੀ ਦੇ ਮੇਜ਼ ਥਪਥਪਾਉਣ ਵਾਲੇ ਜਿਹੜੇ ਐਮਪੀ ਨੇ ਉਹਨਾਂ ਨੂੰ ਬਿਠਾ ਕੇ ਉੱਥੇ ਭਾਸ਼ਣ ਦੇਤਾ, ਉੱਥੇ ਤਾਰੀਫ ਕਰ ਲਈ। ਤਾਂ ਅਸੀਂ ਫਿਰ ਸੈਂਟਰਲ ਹਾਲ ਦੇ ਗੇਟ 'ਤੇ ਜਿਹੜੇ ਸਾਨੂੰ ਧੱਕੇ ਮਾਰੇ ਗਏ, ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਪਰ ਸੈਂਟਰਲ ਹਾਲ ਦੇ ਗੇਟ 'ਤੇ ਵਿਰੋਧ ਕੀਤਾ। ਉੱਥੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਕਾਲੇ ਕਾਨੂੰਨ ਵਾਪਸ ਲੈਣ ਦੇ ਨਾਅਰੇ ਲਾਏ ਅਤੇ ਕਿਸਾਨਾਂ ਨੂੰ ਗਦਾਰ ਜਾਂ ਦੇਸ਼ ਧਰੋਹੀ ਕਹਿਣਾ ਬੰਦ ਕਰੋ ਦੇ ਨਾਅਰੇ ਲਾਏ। ਅਸੀਂ ਝੂਠੇ ਜਿਹੜੇ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਵਾਪਸ ਲੈਣ ਦਾ ਵੀ ਅਸੀਂ ਅਪੀਲ ਕੀਤੀ ਅਤੇ ਰਾਸ਼ਟਰਪਤੀ ਨੂੰ ਸੁਣ ਰਿਹਾ ਸੀ। ਚਲੋ ਅਸੀਂ ਉਹਦੇ ਕੰਨਾਂ ਤੱਕ ਗੱਲ ਪਹੁੰਚਾਤੀ, ਨਹੀਂ ਉਹਨਾਂ ਨੇ ਗੋਲਿਆ ਉਹ ਅਲੱਗ ਗੱਲ ਹੈ, ਪਰ ਸਾਡਾ ਫਰਜ਼ ਹੈ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ। ਉਧਰ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਨਜ਼ਰ ਆਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਹਰ ਸਾਲ ਲਾਲ ਕਿਲੇ ਦੇ ਉੱਤੇ ਜਦੋਂ ਵਿਜੇ ਦਿਵਸ ਮਨਾਇਆ ਜਾਂਦਾ ਹੈ, ਭਾਵ ਕਿ ਜਿੱਤ ਦਾ ਜਸ਼ਨ ਮਨਾਇਆ ਜਾਂਦਾ ਹੈ, ਤੇ ਉਸ ਵਕਤ ਵੀ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਝੂਲਦੇ ਨੇ। ਤੇ ਇਹਨਾਂ ਸਮਾਗਮਾਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆਪਾਂ ਅਕਸਰ ਨਜ਼ਰ ਆਏ ਨੇ, ਜੋ ਸਮਾਗਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉੱਥੇ ਕਰਵਾਏ ਜਾਂਦੇ ਨੇ। ਇਸ ਨੂੰ ਲੈ ਕੇ ਉਹਨਾਂ ਨੇ ਟਿੱਪਣੀ ਕੀਤੀ ਹੈ। ਹੋਰ ਕੀ ਕੁਝ ਕਿਹਾ ਗਿਆਨੀ ਹਰਪ੍ਰੀਤ ਸਿੰਘ ਨੇ, ਉਹ ਵੀ ਸੁਣਦੇ ਹਾਂ। ਤਾਂ ਇਹ ਮੰਦਭਾਗਾ ਵਰਤਾਰਾ ਹੈ ਜੋ ਕੁਝ 26 ਜਨਵਰੀ ਨੂੰ ਹੋਇਆ, ਉਹ ਨਹੀਂ ਹੋਣਾ ਚਾਹੀਦਾ ਸੀ। ਅੰਦੋਲਨ ਦੇ ਆਗੂਆਂ ਨੂੰ ਹੁਣ ਅੰਦੋਲਨ ਨੂੰ ਜ਼ਾਬਤੇ ਦੇ ਵਿੱਚ ਰੱਖਣ ਵਾਸਤੇ ਜਿਹੜੀ ਬਿਆਨਬਾਜ਼ੀ ਹੈ ਇੱਕ ਦੂਸਰੇ ਦੇ ਖਿਲਾਫ ਕੀਤੀ ਜਾਂਦੀ, ਇਹਨੂੰ ਬੰਦ ਕਰਕੇ ਜਿਹੜਾ ਹੈ ਸੂਝ ਸਮਝ ਦੇ ਨਾਲ ਚੱਲਣ ਦੀ ਵਧੇਰੇ ਲੋੜ ਹੈ, ਸ਼ਾਂਤੀ ਨਾਲ ਚੱਲਣ ਦੀ ਵਧੇਰੇ ਲੋੜ ਹੈ। ਤੇ ਮਸਲੇ ਦਾ ਹੱਲ ਜਿਹੜਾ ਉਹ ਗੱਲਬਾਤ ਰਾਹੀਂ ਹੋਣਾ ਹੈ। ਇੱਕ ਕਦਮ ਸਰਕਾਰ ਪਿੱਛੇ ਹਟੇ ਤੇ ਇੱਕ ਕਦਮ ਜਿਹੜਾ ਹੈ ਉਹ ਸਾਨੂੰ ਵੀ ਜੇ ਪਿੱਛੇ ਹਟਣਾ ਪੈਂਦਾ ਹੈ ਤੇ ਇਹਦੇ ਵਿੱਚ ਸਿਆਣਪ ਹੀ ਹੈ, ਕੋਈ ਮਾੜੀ ਗੱਲ ਨਹੀਂ ਹੈ। ਮਸਲੇ ਦਾ ਹੱਲ ਹੋਵੇ ਤੇ ਸਿੱਖ ਜਿਹੜੇ ਸਾਡੇ ਉੱਥੇ ਬੈਠੇ ਨੇ ਭਾਰਤ ਦੇ ਕਿਸਾਨਾਂ ਦੇ ਨਾਲ, ਸਾਰੀ ਕਿਸਾਨ ਜਿਹੜੇ ਬੈਠੇ ਨੇ, ਚਾਹੇ ਉਹ ਗਾਜ਼ੀਪੁਰ ਦੇ ਬਾਰਡਰ 'ਤੇ ਹੈ, ਚਾਹੇ ਉਹ ਸਿੰਘੂ ਬਾਰਡਰ 'ਤੇ ਹੈ, ਟਿਕਰੀ ਬਾਰਡਰ 'ਤੇ ਹੈ, ਸਾਰੇ ਜਿਹੜੇ ਨੇ ਆਪਣੇ ਆਪਣੇ ਘਰਾਂ 'ਚ ਆਉਣ, ਪਰਿਵਾਰਾਂ 'ਚ ਆਉਣ, ਬੱਚਿਆਂ 'ਚ ਆਉਣ। ਅਕਾਲ ਪੁਰਖ ਅੱਗੇ ਅਰਦਾਸ ਵੀ ਹੈ ਕਿ ਸੱਚੇ ਪਾਤਸ਼ਾਹ ਸਾਡੇ ਸਾਰੇ ਹੀ ਅੰਦੋਲਨ ਦੇ ਵਿੱਚ ਸ਼ਾਮਲ ਜਿਹੜੇ ਕਿਸਾਨ ਨੇ ਇਹਨਾਂ ਨੂੰ ਸੁਮੱਤ ਵੀ ਬਖਸ਼ੇ, ਹੌਸਲਾ ਵੀ ਬਖਸ਼ੇ। ਮੈਂ ਇੱਕ ਵਾਰੀ ਫਿਰ ਕਹਿਣਾ ਚਾਹਾਂਗਾ ਕਿ ਮਸਲੇ ਦਾ ਹੱਲ ਜਿਹੜਾ ਉਹ ਗੱਲਬਾਤ ਰਾਹੀਂ ਹੀ ਹੋਣਾ ਹੈ ਤੇ ਗੱਲਬਾਤ ਦੇ ਜਿਹੜੇ ਬਦਲ ਹੈ ਉਹ ਖੁੱਲ੍ਹੇ ਰੱਖੇ ਜਾਣੇ ਚਾਹੀਦੇ ਨੇ ਤੇ ਜਿੱਦ ਜਿਹੜੀ ਹੈ ਉਹਨੂੰ ਛੱਡ ਦੇਣਾ ਚਾਹੀਦਾ ਹੈ ਤਾਂ ਕਿ ਮਸਲੇ ਦਾ ਸੁਖਾਵਾਂ ਹੱਲ ਹੋਵੇ ਤੇ ਅਸੀਂ ਆਪਣੇ ਆਪਣੇ ਘਰੇ ਆਈਏ। ਉਧਰ ਸਿੰਘੂ ਬਾਰਡਰ ਦੀ ਘਟਨਾ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵੀ ਵਿਸ਼ੇਸ਼ ਤੌਰ ਤੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹਨਾਂ ਨੂੰ ਲਗਾਤਾਰ ਵੱਖਵਾਦੀ ਮੁੱਦੇ ਬਣਾ ਕੇ ਕਿਸਾਨੀ ਸੰਘਰਸ਼ ਨੂੰ ਪੇਸ਼ ਕੀਤਾ ਜਾ ਰਿਹਾ, ਜੋ ਲਗਾਤਾਰ ਘਾਤਕ ਸਾਬਿਤ ਹੋ ਸਕਦਾ ਹੈ। ਹੋਰ ਕੀ ਕੁਝ ਕਹਿਣਾ ਸੁਖਪਾਲ ਸਿੰਘ ਖਹਿਰਾ ਤੋਂ ਸੁਣਦੇ ਹਾਂ। ਮੇਰਾ ਸਲੂਟ ਆ ਰਕੇਸ਼ ਟਕੈਤ ਨੂੰ, ਔਰ ਉਸਨੇ ਕਿਹਾ ਵਾ ਕਿ ਜੇ ਮਾੜੀ ਮੋਟੀ ਕੋਈ ਇਨਸੀਡੈਂਟ ਹੋ ਗਿਆ ਤੁਸੀਂ ਇੰਨਾ ਐਡੇ ਵੱਡੇ ਪੱਧਰ ਦੇ ਉੱਤੇ ਜ਼ਿਆਦਤੀਆਂ ਲੋਕਾਂ ਦੇ ਨਾਲ ਨਾ ਕਰੋ। ਮੇਰੀ ਰਕੇਸ਼ ਟਕੈਤ ਨੂੰ ਵੀ ਮੇਰੀ ਬੇਨਤੀ ਆ ਕਿ ਅਗਰ ਹੋ ਸਕੇ ਤੁਸੀਂ ਵਿਚਾਰ ਕਰੋ ਕਿ ਇਹ ਨੌਜਵਾਨ ਗਾਜ਼ੀਪੁਰ ਬਾਰਡਰ ਤੇ ਮਰਿਆ ਵਾ, ਇਹ ਅੰਦੋਲਨ ਕਰਕੇ ਮਰਿਆ ਹੈ, ਇਹਦਾ ਭੋਗ ਜਿਹੜਾ ਵਾ ਇਹਨੂੰ ਗਾਜ਼ੀਪੁਰ ਬਾਰਡਰ ਦੇ ਉੱਤੇ ਪਾਇਆ ਜਾਵੇ ਤੇ ਸਾਰਿਆਂ ਨੂੰ ਕਾਲ ਦਿੱਤੀ ਜਾਵੇ ਕਿ ਇਸ ਨੌਜਵਾਨ ਦੇ ਭੋਗ ਦੇ ਉੱਤੇ ਪਹੁੰਚੋ ਤਾਂ ਕਿ ਆਪਾਂ ਉਸ ਨੂੰ ਸਹੀ ਸ਼ਰਧਾਂਜਲੀ ਜਿਹੜੀ ਦੇ ਸਕੀਏ। ਇਹਨਾਂ ਦੋ ਇਸ਼ੂਜ਼ ਦੇ ਉੱਤੇ ਅੱਜ ਅਸੀਂ ਸਭ ਨੇ ਰਲ ਕੇ ਇਹ ਤੁਹਾਡੇ ਇਸ ਮਾਧਿਅਮ ਦੇ ਵਿੱਚ ਲਿਆ ਕੇ ਗੱਲ ਕੀਤੀ ਆ। ਜਿੰਨੀ ਜਲਦੀ ਹੋ ਸਕੇ ਰਿਹਾ ਕਰਕੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਦਿਆਂ ਹੋਇਆਂ ਇਸ ਅੰਦੋਲਨ ਨੂੰ ਸ਼ਾਂਤਮਈ ਢੰਗ ਦੇ ਨਾਲ ਸਮਾਪਤ ਕਰਾਉਣ ਵਿੱਚ ਸਰਕਾਰ ਨੂੰ ਰੋਲ ਅਦਾ ਕਰਨਾ ਚਾਹੀਦਾ। ਸਰਕਾਰ ਤਾਂ ਵਿਲਨ ਬਣ ਗਈ ਹੈ, ਸਰਕਾਰ ਤਾਂ ਫੁੱਟ ਪਵਾਉਣ ਚਲੀ ਗਈ ਹੈ, ਆਪਣੇ ਲੋਕਾਂ ਨੂੰ ਲੜਾਉਣ ਤੇ ਚਲੀ ਗਈ ਹੈ। ਕਿਸਾਨ ਜਿਹੜੇ ਬੈਠੇ ਨੇ ਕੋਈ ਇਹ ਵਿਦੇਸ਼ੀ ਕਿਸਾਨ ਨੇ, ਇਹ ਪਾਕਿਸਤਾਨ ਤੋਂ ਆਏ ਨੇ, ਇਹ ਤਾਂ ਸਾਰੇ ਉੱਤਰਾਖੰਡ, ਯੂਪੀ, ਰਾਜਸਥਾਨ, ਹਰਿਆਣਾ ਤੇ ਪੰਜਾਬ ਦੇ ਲੋਕ ਨੇ। ਇਸ ਕਰਕੇ ਜਿਹੜਾ ਵਤੀਰਾ ਬੀਜੇਪੀ ਦੀ ਸਰਕਾਰ ਦਾ ਵਾ ਉਹ ਮੈਂ ਸਮਝਦਾ ਕਿ ਅਗਰ ਸਹੀ ਮਾਇਨਿਆਂ ਵਿੱਚ ਦੇਸ਼ ਵਿਰੋਧੀ ਕੋਈ ਹੈ, ਬੀਜੇਪੀ ਦੀ ਸਰਕਾਰ ਆਪ ਹੈ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਨਹੀਂ, ਫਿਰ ਮੁੜ ਹਾਜ਼ਰ ਹੁੰਦੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।